ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸਚ ਮੈਂ ਰਹੂੰ ਰਜ਼ਾਈ। ਵਾਹਿਗੁਰੂ ਸਾਹਿਬ ਜੀ। ਸਲੋਕ ਝਾਲਾ ਗੇ ਉਠ ਨਾਮ ਜਪ, ਨਿਸਬਾਸੁਰ ਆਰਾਧ। ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੇ ਉਪਾਧ। ਝਾਲਾ ਗੇ ਉਠ ਨਾਮ ਜਪ, ਨਿਸ ਬਾਸੁਰ ਆਰਾਧ। ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੇ ਉਪਾਧ। ਪੌੜੀ ਝੱਜਾ ਚੂਰਨ ਮਿਟੇ ਤੁਮਹਾਰੋ, ਰਾਮ ਨਾਮ ਸਿਉ ਕਰ ਬਿਵਹਾਰੋ। ਚੂਰਤ ਚੂਰਤ ਸਾਕਤ ਮੁਆ, ਜਾ ਕੇ ਹਿਰਦੈ ਹੋਤ ਭਾਉ ਬੀਆ। ਚਰਹਿ ਕਸਮਲ ਪਾਪ ਤੇਰੇ ਮਨਵਾ, ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ, ਨਾਨਕ ਜਾ ਕੋ ਕਿਰਪਾ ਗੁਸਾਈ। ਚਰਹਿ ਕਾਮ ਕ੍ਰੋਧ
ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਪਰਮੇਸ਼ਵਰ ਦਾ ਹਿਰਦਾ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਖਸ਼ਿਸ਼ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਵਡਭਾਗੇ ਆਮ। ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪਾਂ ਸਭਨਾਂ ਨੂੰ ਸ਼ੁਭ ਪ੍ਰੇਰਣਾ ਬਖਸ਼ਿਸ਼ ਕੀਤੀ, ਉਦਮ ਬਖਸ਼ਿਆ ਕਿ ਆਪਾਂ ਗੁਰੂ ਚਰਨਾਂ ਨਾਲ ਜੁੜ ਬੈਠੇ ਆ। ਪਾਤਸ਼ਾਹ ਜੀ ਦਾ ਕੋਟ ਸ਼ੁਕਰਾਨਾ ਹੈ, ਰੋਮ ਰੋਮ ਸ਼ੁਕਰਾਨਾ ਹੈ। ਆਓ ਸਤ ਸੰਗਤ ਜੀ, ਸਤਿਗੁਰੂ ਜੀ ਦੀ ਰਹਿਮਤ ਸਦਕਾ ਪਵਿੱਤਰ ਅੰਮ੍ਰਿਤਮਈ ਬਾਣੀ ਗੌੜੀ 52 ਅੱਖਰੀ ਦੀ ਵਿਚਾਰ ਕੁਝ ਦਿਨ ਪਹਿਲਾਂ ਪ੍ਰਾਰੰਭ ਹੋਈ ਸੀ। ਅੰਮ੍ਰਿਤਮਈ ਬਾਣੀ ਦੇ ਵਿੱਚੋਂ ਅੱਜ ਦੇ ਪਾਵਨ ਪਵਿੱਤਰ ਬਚਨ ਜਿਹੜੇ ਆਪ ਜੀਆਂ ਨੇ ਹੁਣੇ ਪਾਠ ਰੂਪ ਸਰਵਣ ਕੀਤੇ ਨੇ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 255 ਦੇ ਉੱਤੇ ਸੁਭਾਏਮਾਨ ਨੇ। ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਤ ਸੰਗਤ ਦੀ ਵਡਿਆਈ, ਅੰਮ੍ਰਿਤ ਵੇਲੇ ਉੱਠ ਕੇ ਜਪੇ ਹੋਏ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਨੇ। ਬਹੁਤ ਸਵਾਲ, ਬਹੁਤ ਤਰਕ ਦੁਨੀਆ ਦੇ ਕੋਲ ਨੇ, ਪਰ ਧਿਆਨ ਦੇਣਾ ਭਾਵੇਂ ਇਹਦਾ ਅਧਿਆਤਮਿਕ ਪੱਖ ਵਿਚਾਰੀਏ, ਭਾਵੇਂ ਸੰਸਾਰਿਕ ਪੱਖ ਵਿਚਾਰੀਏ। ਜਦੋਂ ਆਪਾਂ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਵੀ ਵੇਖਦੇ ਹਾਂ, ਅੰਮ੍ਰਿਤ ਵੇਲਾ ਉਹ ਸਮਾਂ ਹੈ। ਅੰਮ੍ਰਿਤ ਦੇ ਅਰਥ ਦਾ ਆਤਮਿਕ ਜੀਵਨ ਨੇ, ਵੇਲਾ ਦੇ ਅਰਥ ਸਮਾਂ। ਸਤਿਗੁਰੂ ਨੇ ਇਹਨੂੰ ਝਾਲਾਗੇ ਵੀ ਕਿਹਾ ਕਿ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਬਚਨ ਸਵੇਰ ਦੇ ਲਈ ਵਰਤੇ ਨੇ। ਧਿਆਨ ਦੇਣਾ, ਸਾਨੂੰ ਅੰਮ੍ਰਿਤ ਵੇਲਾ ਹੀ ਕਿਉਂ ਕਿਹਾ ਗਿਆ। ਦਾਤਾ ਜੀ ਬਾਣੀ ਵਿੱਚ ਕਹਿੰਦੇ ਨੇ, ਜਿਹੜੀ ਚੌਕੀ ਪਉ ਫੁੱਟੀ ਵਗਣ ਬਹੁਤ ਤਰੰਗ। ਜਾਂ ਇੱਥੋਂ ਤੱਕ ਵੀ ਕਿਹਾ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਜਾਂ ਇੱਥੋਂ ਤੱਕ ਵੀ ਆਖਿਆ ਸਤਿਗੁਰੂ ਨੇ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ, ਰਾਤ ਜੋ ਜਾਗਨ ਦੇ ਸੋ ਲਹਿਣ ਸਾਈਂ ਕੰਨੋ ਦਾਤ। ਜੋ ਜਾਗਨ ਦੇ ਸੇ ਲਹਿਣ ਸਾਈਂ ਕੰਨੋ ਦਾਤ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਕਹਿੰਦੇ ਵੇਖ, ਜੇ ਤੂੰ ਪਹਿਲੇ ਪਹਿਰ ਦੇ ਵਿੱਚ ਮਾਲਕ ਦਾ ਨਾਮ ਜਪੇਗਾ ਨਾ, ਇਹ ਫੁੱਲ ਹੈ, ਤੇ ਜੇ ਜਪੀ ਜਾਵੇਗਾ ਤੇ ਫਿਰ ਇਹਨੂੰ ਫਲ ਵੀ ਲੱਗੇਗਾ। ਜੇ ਫੁੱਲ ਹੀ ਨਹੀਂ ਲੱਗਿਆ, ਫਲ ਕਿੱਥੋਂ ਲੱਗ ਚੁੱਕਾ। ਹੋਰ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਬਚਨ ਪੜ੍ਹੀਏ। ਸਤਿਗੁਰੂ ਕਹਿੰਦੇ, ਹਰ ਧਨ ਅੰਮ੍ਰਿਤ ਵੇਲੇ ਵਰਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਲੁੱਟੇ ਨਾ। ਭਗਤਾਂ ਨੇ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਬੀਜ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਸੰਸਾਰਿਕ ਨੁਕਤਾ ਸਾਂਝਾ ਕਰਾਂ। ਆਪਾਂ ਸਵੇਰੇ ਪ੍ਰਸ਼ਾਦਾ ਛਕਦੇ ਹਾਂ, ਸਾਨੂੰ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ। ਸੰਸਾਰਿਕ ਭੋਜਨ ਹੈ। ਕਈ ਤੇ ਇਹੋ ਜਿਹੇ ਨੇ ਜਿਹੜੇ ਸਵੇਰੇ ਛਕ ਲੈਂਦੇ ਨੇ, ਪੁੱਛੇ ਕਹਿੰਦੇ ਦੁਪਹਿਰ ਨੂੰ ਨਹੀਂ ਛਕਦੇ, ਅਸੀਂ ਸਿੱਧਾ ਹੀ ਰਾਤ ਨੂੰ ਛਕਦੇ ਹਾਂ। ਇੱਕ ਸਮੇਂ ਦਾ ਪ੍ਰਸ਼ਾਦਾ, ਸਵੇਰ ਦਾ ਛਕਿਆ ਪ੍ਰਸ਼ਾਦਾ ਜੇ ਸਾਨੂੰ 4-5 ਘੰਟੇ ਦਾ ਰੱਜ ਦੇ ਸਕਦਾ ਹੈ, ਮਾਲਕ ਪਰਮਾਤਮਾ ਦੀ ਯਾਦ ਵਿੱਚ ਜੁੜਿਆ
ਉਹ ਗੁਰਮੁਖ ਜੇ ਉਹ ਸਮਾਂ ਮਾਲਕ ਦੀ ਯਾਦ ਵਿੱਚ ਗੁਜ਼ਾਰੇ, ਕਰਤੇ ਦੀ ਬੰਦਗੀ ਵਿੱਚ ਜੁੜੇ, ਉਹਨੂੰ ਆਤਮਿਕ ਸੁੱਖ ਦੇਣਾ ਪਿਆ। ਗੁਰਮੁਖਾਂ ਦੇ ਬੋਲ ਨੇ ਕਮਾਈ ਵਾਲਿਆਂ ਦੇ, ਕਹਿੰਦੇ ਭਾਈ ਤੁਸੀਂ ਅੰਮ੍ਰਿਤ ਵੇਲੇ ਕਰਤੇ ਪਰਮਾਤਮਾ ਦੇ ਅੱਗੇ ਮੰਗਤੇ ਬਣ ਜਾਇਆ ਕਰੋ। ਭਾਉ ਕਿ ਤੁਸੀਂ ਅੰਮ੍ਰਿਤ ਵੇਲੇ ਪਰਮਾਤਮਾ ਦੇ ਅੱਗੇ ਮੰਗਤੇ ਬਣ ਕੇ ਮੰਗਿਆ ਕਰੋ, ਝੋਲੀ ਅੱਡ ਕੇ ਕਿਹਾ ਕਰੋ, ਜਾਚਕ ਮੰਗੇ ਦੇ ਪਿਆਰਿਆ। ਝੋਲੀ ਅੱਡ ਕੇ ਮੰਗਿਆ ਕਰੋ, ਖੰਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਅੰਮ੍ਰਿਤ ਵੇਲੇ ਕਹਿੰਦੇ ਜਿਹੜਾ ਮੰਗਤਾ ਬਣ ਕੇ ਮੰਗੇਗਾ ਉਹਦਾ ਪੂਰਾ ਦਿਨ ਰਾਜੇ ਵਰਗਾ ਬਤੀਤ ਹੋਵੇਗਾ, ਪੂਰਾ ਦਿਨ ਰਾਜੇ ਵਰਗਾ। ਭਾਈ ਸਾਹਿਬ ਜੀ ਦੇ ਬੋਲ ਵੀ ਨੇ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦੇ ਬੋਲ ਨੇ, ਕਹਿੰਦੇ ਭਾਈ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲਾ ਨਹੀਂ ਹੈ ਨਾ, ਉਹ ਘਰ ਦੇ ਵਿੱਚ ਕਹਿਰ ਵਰਤਦਾ ਹੈ। ਕਾਰਨ ਕੀ ਹੈ? ਕਾਰਨ ਕੀ ਹੈ? ਜਪਣ ਵਾਲਾ ਟਿਕਿਆ ਹੋਵੇਗਾ, ਅੰਮ੍ਰਿਤ ਵੇਲੇ ਜਪਣ ਵਾਲਾ ਉਹ ਟਿਕਿਆ ਹੋਵੇਗਾ। ਜੇ ਉਹਨੂੰ ਕੋਈ ਦੋ ਬੋਲ ਬੋਲੂਗਾ, ਉਹ ਹੱਥ ਜੋੜ ਕੇ ਇਹੀ ਆਖੂਗਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਧਿਆਨ ਦੇਣਾ, ਜਿਸ ਨੇ ਜਪਿਆ ਹੀ ਨਹੀਂ ਉਹ ਤੇ ਬਿਨਾਂ ਗੱਲ ਤੋਂ ਵੀ ਲੋਕਾਂ ਦੇ ਉੱਤੇ ਉਂਗਲਾਂ ਚੱਕਦਾ ਫਿਰਦਾ ਹੈ। ਸੰਸਾਰਿਕ ਤੌਰ ਤੇ ਜੇ ਸਮਝੀਏ ਵਿਚਾਰੀਏ, ਅੰਮ੍ਰਿਤ ਵੇਲਾ ਆ ਹੁਣ ਆਪਾਂ ਬੈਠੇ ਆ, ਠੀਕ ਹੈ ਸੰਗਤ ਜੁੜਦੀ ਹੈ, ਪਰ ਅੰਮ੍ਰਿਤ ਵੇਲਾ ਜਿਹੜਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਫਿਰ ਅੱਗੇ ਜਾ ਕੇ ਕਹਿੰਦੇ ਫਿਰ ਚਲੇ ਦਿਨਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਹੁਣ ਇਸ ਵੇਲੇ ਆਪਾਂ ਗੁਰਬਾਣੀ ਵਿਚਾਰ ਰਹੇ ਹਾਂ, ਪਰ ਧਿਆਨ ਦੇਣਾ ਇਸ ਵੇਲੇ ਆਲ ਦੁਆਲ ਰੋਲਾ ਵੀ ਹੈ। ਅੰਮ੍ਰਿਤ ਵੇਲਾ ਸਾਂਭ ਕੇ ਵੇਖੀਏ, ਉੱਠ ਕੇ ਵੇਖੀਏ। ਆਪ ਜਿੰਨੇ ਵੀ ਸਰੀਰ ਸੁਣ ਰਹੇ ਹੋ, ਬਾਕੀ ਰੋਜ਼ 300-400 ਸਰੀਰ ਜਿਹੜਾ ਹੈ ਉਹ ਫੇਸਬੁੱਕ ਦੇ ਰਾਹੀਂ, ਮੀਡੀਆ ਦੇ ਰਾਹੀਂ ਵੀ ਸੁਣਦਾ ਹੈ, ਵਿਚਾਰਦਾ ਹੈ। ਧਿਆਨ ਦੇਣਾ, ਅੰਮ੍ਰਿਤ ਵੇਲਾ ਇੱਕ ਵਾਰੀ ਉੱਠ ਕੇ ਸਾਂਭ ਕੇ ਵੇਖੀਏ ਕਿੰਨਾ ਸਾਇਲੈਂਟ ਹੈ। ਕੋਈ ਭਾਂਡੇ ਖੜਕਣ ਦਾ ਰੋਲਾ ਨਹੀਂ, ਕੋਈ ਇੱਧਰ ਦਾ ਰੋਲਾ ਨਹੀਂ, ਕੋਈ ਉੱਧਰ ਦਾ ਰੋਲਾ ਨਹੀਂ, ਟਿਕਾ ਵਾਲਾ ਸਮਾਂ ਹੈ। ਇਸ ਲਈ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਕੋਈ ਜੰਗਲਾਂ ਵੱਲ ਜਾਂਦਾ ਹੈ ਨਾ ਜੀ ਟਿਕਾ ਦੇ ਲਈ, ਕੋਈ ਕਿੱਧਰ ਨੂੰ ਦੌੜਦਾ, ਇੱਥੇ ਟਿਕ ਜਾਵਾਂਗਾ, ਇੱਥੇ ਟਿਕ ਜਾਵਾਂਗਾ। ਸਤਿਗੁਰੂ ਆਖਦੇ ਨੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਸਭ ਤੋਂ ਪਹਿਲਾਂ ਕਰਤੇ ਦੀ ਯਾਦ ਵਿੱਚ ਜੁੜੀ। ਜਿਸ ਦਿਨ ਅੰਤਰ ਆਤਮੇ ਟਿਕ ਗਿਆ, ਸਾਧਨ ਤੇ ਬਣਾਉਣਾ ਪਵੇਗਾ ਨਾ। ਅੰਮ੍ਰਿਤ ਵੇਲੇ ਤੇ ਟਿਕੇ ਹੋਏ, ਖਿਮਾ ਕਰਨਾ ਸਾਧ ਸੰਗਤ, ਫਿਰ ਉਹ ਤਤੀ ਤਵੀ ਤੇ ਵੀ ਟਿਕ ਗਏ। ਜਿਹੜਾ ਅੰਮ੍ਰਿਤ ਵੇਲੇ ਨਹੀਂ ਨਾ ਟਿਕਿਆ, ਉਹ ਕਈ ਵਾਰੀ ਗੁਰਦੁਆਰਾ ਸਾਹਿਬ ਆ ਕੇ ਵੀ ਨਹੀਂ ਟਿਕਦਾ। ਮੈਨੂੰ ਕਹਿਣ ਦੇਣਾ, ਉਹ ਕਈ ਵਾਰੀ ਗੁਰਦੁਆਰਾ ਸਾਹਿਬ ਆ ਕੇ ਵੀ ਨਹੀਂ ਟਿਕਦਾ। ਜਿਹੜਾ ਅੰਮ੍ਰਿਤ ਵੇਲੇ ਨਹੀਂ ਨਾ ਟਿਕਿਆ, ਉਹ ਕਈ ਵਾਰੀ ਗੁਟਕਾ ਸਾਹਿਬ ਫੜ ਕੇ ਬੈਠਿਆ ਹੋਵੇ, ਉਹ ਤਾਂ ਨਹੀਂ ਟਿਕਦਾ। ਖੁਰਾਕ ਨਹੀਂ ਨਾ ਮਿਲੀ, ਉਹ ਜਿਵੇਂ ਕਹਿ ਲਈਏ ਜੀ, ਜਿਵੇਂ ਬੈਠਣ ਦਾ ਜਿਹੜਾ ਸਥਾਨ ਸੀਗਾ ਉਹ ਠੀਕ ਨਹੀਂ ਕਹਿ ਭਾਉ ਕਿ ਜਿਹੜਾ ਟਿਕਾ ਵਾਲਾ ਸਮਾਂ ਸੀ ਉਹੀ ਖੁੰਝਾ ਬੈਠਿਆ। ਬਾਅਦ ਦੇ ਵਿੱਚ ਜਿੰਨੀ ਮਰਜ਼ੀ ਕੋਸ਼ਿਸ਼ ਕਰੀ ਜਾਵੇ ਨਹੀਂ। ਬਸ ਇਦਾਂ ਕਹਿ ਲਈਏ, ਉਹ ਟਿਕਣ ਦਾ ਸਮਾਂ ਕਹਿ, ਯਤਨ ਕਰਿਆ ਕਰੀਏ ਆਪਾਂ, ਬਹੁਤਾ ਨਹੀਂ, ਭਾਵੇਂ 10-15 ਮਿੰਟ ਤੋਂ ਸ਼ੁਰੂ ਕਰੀਏ, ਪਰ ਜਪੀਏ। ਮਾਲਕ ਜੀ ਰਹਿਮਤ ਕਰਨ, ਦਾਸ ਨੂੰ ਵੀ ਕਮਾਉਣ ਦਾ ਬਲ ਬਖਸ਼ਿਸ਼ ਕਰਨ। ਆਓ ਪਾਵਨ ਪਵਿੱਤਰ ਬਚਨਾਂ ਨੂੰ ਸਮਝੀਏ। ਆਰੰਭਤਾ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਲਵਾਓ ਹਾਜ਼ਰੀ, ਕਰੋ ਰਸਨਾ ਪਵਿੱਤਰ ਪਿਆਰ ਨਾਲ। ਸਾਰੇ ਜਪਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਝਾਲਾ ਘੇ। ਕਈ ਵਾਰੀ ਇਹਦਾ ਪਾਠ ਕਰਨ ਲੱਗਿਆ ਸਾਰੇ ਦੇ ਸਾਰੇ ਜਿੰਨੇ ਵੀ ਗੁਰਮੁਖ ਜਨ ਨੇ, ਇਹ ਨਹੀਂ ਕਹਿ ਰਹੇ ਕਿ ਦਾਸ ਨੂੰ ਜ਼ਿਆਦਾ ਆਉਂਦਾ, ਪਰ ਇਹਦਾ ਬਹੁਤਾਤ ਪਾਠ ਝਾਲਾ ਘੇ ਕੀਤਾ ਜਾਂਦਾ ਹੈ। ਝਾਲਾ ਘੇ ਹੈ, ਘੱਗੇ ਦੇ ਨਾਲ ਹੈ ਜੀ ਲਾਸਟ ਵਿੱਚ, ਝਾਲਾ ਘੇ ਉਠ ਨਾਮ ਜਪ। ਝਾਲਾ ਘੇ ਦੇ ਅਰਥ ਸਪਸ਼ਟ ਨੇ। ਦਾਤਾ ਜੀ ਆਖਦੇ ਸਵੇਰੇ ਅੰਮ੍ਰਿਤ ਵੇਲੇ ਉੱਠ ਤੇ ਉੱਠ ਕੇ ਪਰਮਾਤਮਾ ਦਾ ਨਾਮ ਜਪ। ਬਾਬਾ ਫਰੀਦ ਸਾਹਿਬ ਨੇ ਕਿਹਾ, ਬਾਬਾ ਕਬੀਰ ਸਾਹਿਬ ਨੇ ਕਿਹਾ,
हर एक भगत ने कहा, जपण वाले ने हर एक ने कहा कि भाई मालक परमात्मा की याद विच जुड़ो। अमृत वेला जिहड़ा समा है बहुत प्यारा है। उठ फरीदा उजू साज सुबह निवाज गुजार। बाबा फरीद साहब जी कह रहे ने, वो तो इत्थों तक भी आखदे कहंदे मालक परमात्मा की याद विच जे एक दिन ना जुड़िए शरीर दे विचों पीड़ा निकलदियां ने, शरीर दे विचों पीड़ा निकलदियां ने। बाबा कबीर साहब नूं पढ़िए, वो कहंदे कबीर बड़े प्यारे बचन ना, कहंदे जे तू परमात्मा दा नाम जपण लई उठदा नहीं ना, पता की होवेगा, एक दिन सोवन कोए गो लांबे गोंड पसार। कहंदे एक दिन इहो जिहा सोवेगा तेरियां लत्तां लम्मियां दियां लम्मियां ही रह जाणगियां। एक दिन सोवन कोए गो लांबे गोंड पसार। कबीर सतगुरु पातशाह जी नूं खोर समझिए, बाणी नूं खोर पढ़िए। बाबा जी कहंदे वेखी भाई, जे तू सुता रह गया ना, मालक परमात्मा की दात तेरी झोली विच नहीं पवेगी। फिर आपां इह नुकतिਆਂ ਨੂੰ ਸਾਰਿਆਂ ਨੂੰ ਜੇ ਵਿਚਾਰਨਾ ਕਹੇ, फिर आपां कला कहण तक सीमित ना रहीए। दाता जी कहंदे अज झाला गे उठ नाम जप, उठ अमृत वेले ते उठ के परमात्मा की याद विच जुड़। गुरप्रताप सूरज ग्रंथ की कथा दास ने करीब 1.5 ਕੁ ਵਾਰ 2 ਵਾਰੀ ਲਾ ਲਈਏ कर ਲਈ। ਜਦੋਂ ਵੀ ਗੁਰੂ ਸਾਹਿਬਾਨ ਦਾ ਜ਼ਿਕਰ ਆਉਂਦਾ ਹੈ ਨਾ, ਭਾਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਭਾਵੇਂ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, 10 ਗੁਰੂ ਸਾਹਿਬਾਨਾਂ ਦਾ, ਸਿੱਖਾਂ ਦਾ ਜਿੱਥੇ ਵੀ ਜ਼ਿਕਰ ਆਉਂਦਾ ਹੈ, ਸਪਸ਼ਟ ਕਿਹਾ ਜਾਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਪਹਿਰ ਰਹਿੰਦੀ ਰਾਤ ਉੱਠ ਖਲੋਂਦੇ ਸੀ। ਆਪਾਂ ਗੁਰ ਇਤਿਹਾਸ ਦੇ ਵਿੱਚ ਵੀ ਜ਼ਿਕਰ ਸੁਣਦੇ ਹਾਂ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ, ਉਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਲਈ ਅੰਮ੍ਰਿਤ ਵੇਲੇ ਹੀ ਨਿਕਲ ਜਾਂਦੇ ਸੀ ਜਲ ਲੈਣ ਆ ਕੇ ਇਸ਼ਨਾਨ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆ ਕੇ ਰਾਵੀ ਤੇ ਇਸ਼ਨਾਨ ਕਰਦੇ ਸੀ। ਹੁਣ ਹੋਰ ਪੜਾਂਗੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਪੱਕੀ ਮੋਹਰ ਲਾਉਂਦੇ ਨੇ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਾਪ ਉਚਾਰਾ। ਹੁਣ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰੂ ਅੱਜ ਸਾਨੂੰ ਫੇਰ ਸਮਝਾ ਰਹੇ ਨੇ, ਝਾਲਾ ਗੇ ਉਠ ਨਾਮ ਜਪ। ਤੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਤੇ ਕੱਲਾ ਇਹ ਨਹੀਂ ਕਿ ਅੰਮ੍ਰਿਤ ਵੇਲੇ ਸਾਂਭ ਲਿਆ ਤੇ ਬਹੁਤ ਹੈ, ਕਹਿੰਦੇ ਨਿਸ ਬਾਸੁਰ ਆਰਾਧ। ਨਿਸ ਦੇ ਅਰਥ ਰਾਤ, ਬਾਸੁਰ ਦੇ ਅਰਥ ਨੇ ਦਿਨ। ਨਿਸ ਬਾਸੁਰ ਆਰਾਧ, ਅੰਮ੍ਰਿਤ ਵੇਲੇ ਜਪੇਗਾ, ਦਿਨ ਰਾਤ ਵੀ ਜਪਣਾ ਹੈ। फिर बेनती करांगा, जिस दी शुरुआत ही अमृत वेले तो परमात्मा दे नाम दे नाल होवेगी ना जी, उहदे जीवन विच ते फिर पूरी दिन वरतेगा। आपां ये कहने ना कई बारी, ये अखाण जा बनिया होया, अज कहंदे सवेरे सवेरे बंदा मत्थे लग गया, अज पूरा दिन ही बेकार जाना। ये ते नैगेटिव पक्ष होया ना। जे आप जी किथे पॉजिटिव पक्ष वेखो, फिर ये भी सोचो ना कि जे भाई अज अमृत वेले करते दी याद विच जुड़े, अज पूरा दा पूरा दिन उहदी याद विच जावेगा। कला नैगेटिव पक्ष ना विचारी जाइए। हुण बाबा कबीर साहब जी एक बचन कहंदे ने अपने बचनां विच, वो कहंदे ने बासन कारो परसीए तौ किछ लागे दाग। जे वो कह रहे ने ना कि जे काले भांडे दे कोल दी लंघोगे ते कालख लगूगी, ये भी सच है। जे सद संगत खुशबू वाली थां ते लंघोगे, तुहाडे विच खुशबू भी जरूर आवेगी। ये नहीं कि माड़ा ही पक्ष, नहीं जी, चंगा पक्ष भी समझिए। हुण जे कोई आखे, हुण बाबा कबीर साहब जी ने यह भी तो वरते ना, कबीर चंदन का बिरवा भला बेढ़ो ढाक पलास, कोई भी चंदन कोए रहे बसें जो चंदन पास। जिहड़ा चंदन दे कोल गया उहदे विच चंदन दी खुशबू आवेगी। जिहड़ा अमृत वेले जपूगा, सच जानना जपण वाले दे जीवन का प्रभाव सुभाविक पता चलता है, टिकिया होया है, वो टिकिया होया। फिर आपां भी इस नुकते नूं समझिए, झाला गे उठ नाम जप निस बासुर आराध। एक बेनती दास ने पिछले दिनी भी की सी, अज भी करन लगा, आप जी भी सुन रहे हो, होर संगतां भी। सद संगत अज जिहड़ा समा है
ਕੱਲ ਪਰਸੋਂ ਗੁਰਮੁਖ ਪਿਆਰੇ ਨੇ ਵੀ ਬੇਨਤੀ ਕੀਤੀ, ਜਿਹੜਾ ਹੁਣ ਸੋਈ ਰਾਤ ਨੂੰ 12, 12:30, 1 ਵਜੇ ਰਿਹਾ ਨਾ, ਉਹ ਅੰਮ੍ਰਿਤ ਵੇਲਾ ਕਿਵੇਂ ਸਾਂਭ ਲੂਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੜ੍ਹੀਏ ਨਾ ਸਿਮਰਨ ਦੀਆਂ ਜੁਗਤੀਆਂ ਬਾਰੇ, ਉਹ ਦੱਸਦੇ ਨੇ, ਕਹਿੰਦੇ ਜੇ ਤੁਸੀਂ ਅੰਮ੍ਰਿਤ ਵੇਲਾ ਸਾਂਭਣਾ ਕਹਿਣਾ, ਤੁਹਾਡੀ ਕਹਿੰਦੇ ਘੱਟੋ ਘੱਟ 6-7 ਘੰਟੇ ਦੀ ਨੀਂਦ ਹੋਣੀ ਜ਼ਰੂਰੀ ਹੈ। ਇਹ ਨਾ ਹੋਵੇ ਨਾ ਜੀ ਫਿਰ ਜਾਗ ਵੀ ਪਏ ਤੇ ਜਾਗਣ ਤੋਂ ਬਾਅਦ ਫਿਰ ਝੋਕੇ ਵੀ ਲੱਗੇ ਜਾਂਦੇ ਨੇ। ਸਰੀਰ ਵੀ ਹੈ, ਇਹਨੂੰ ਵੀ ਆਰਾਮ ਦੇਣਾ ਬਿਲਕੁਲ ਠੀਕ ਹੈ। ਹਾਂ, ਜਦੋਂ ਗੁਰਮੁਖ ਜਨ ਅਭਿਆਸੀ ਹੋ ਜਾਂਦੇ ਨੇ ਫਿਰ ਤੇ ਗੱਲ ਹੀ ਵੱਖਰੀ ਹੋ ਜਾਂਦੀ ਹੈ ਨਾ ਜੀ। ਹੁਣ ਕਈ ਅਭਿਆਸੀ ਖੋਏ ਹੁੰਦੇ ਨੇ, ਉਹਨਾਂ ਨੂੰ ਕਿਹਾ ਜੀ 2 ਘੰਟੇ ਵੀ ਨੀਂਦ ਲੈ ਲਈਏ ਤੇ ਗੱਲ ਹੀ ਕੋਈ ਨਹੀਂ, ਤੇ ਕਈ ਸਾਧ ਸੰਗਤ 8-8 ਘੰਟੇ ਸੌਂ ਕੇ ਵੀ ਫਿਰ ਵੀ ਝੋਕੇ ਵੱਜਦੇ ਨੇ। ਹੁਣ ਇਹ ਨੁਕਤਾ ਸਮਝਣਾ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰੀਏ, ਪੜ੍ਹੀਏ। ਭਾਈ ਵੀਰ ਸਿੰਘ ਜੀ ਆਖਦੇ, ਕਹਿੰਦੇ ਘੱਟੋ ਘੱਟ 6 ਘੰਟੇ ਦੀ ਨੀਂਦ ਜ਼ਰੂਰੀ ਹੈ, ਉਹਦੇ ਤੋਂ ਬਾਅਦ ਤੁਸੀਂ ਅੰਮ੍ਰਿਤ ਵੇਲਾ ਸਾਂਭ ਅੱਜ ਕੀ ਵੇਖਦੇ ਆਪਾਂ, ਜੇ ਅੱਜ ਅਰਦਾਸ ਕਰਨੀ ਹੈ ਨਾ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ, ਮਾਲਕ ਅੱਗੇ ਇਹ ਅਰਦਾਸ ਕਰੀ, ਸਤਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਨਹੀਂ, ਸਾਨੂੰ ਤੇ ਰਾਤ ਦੀ ਸੰਭਾਲ ਬਖਸ਼ਿਸ਼ ਕਰ ਦਿਓ। ਕਿਉਂ ਆਪਾਂ ਤੇ 11-12 ਵਜੇ ਤੱਕ ਰਾਤ ਨੂੰ ਜੂਆਂ ਜੀਆਂ ਮਾਰੀ ਜਾਂਦੇ ਨਾ ਜੀ ਫੋਨ ਤੇ। ਸਤਿਗੁਰੂ ਰਹਿਮਤ ਕਰਨ, ਫਿਰ ਬੇਨਤੀ ਕਰਾਂਗਾ ਆਪਾਂ ਸਾਰਿਆਂ ਨੂੰ ਕਮਾਉਣ ਦਾ ਬਲ ਬਖਸ਼ਿਸ਼ ਕਰਨ। ਉਹ ਕੋਈ ਵਿਦਵਾਨ ਸੱਜਣ ਲਿਖ ਰਿਹਾ ਸੀ, ਉਹਨੇ ਫੋਟੋ ਬਹੁਤ ਸੋਹਣੀ ਬਣਾਈ, ਉਹਨੇ ਗਲ ਦੇ ਵਿੱਚ ਨਾ ਕੁੱਤੇ ਦੇ ਇੱਕ ਰੱਸੀ ਪਾਈ ਕੋਈ ਤੇ ਉਹਨੂੰ ਕਿੱਲੀ ਦੇ ਨਾਲ ਬੰਨਿਆ ਹੋਇਆ, ਉੱਤੋਂ ਫਿਰ ਉਹਨੇ ਫੋਨ ਦਾ ਚਾਰਜਰ ਸੁੱਚ ਵਿੱਚ ਲਾਇਆ ਹੋਇਆ ਤੇ ਇੱਧਰ ਫੋਨ ਤੇ ਲਾਇਆ ਹੋਇਆ, ਉੱਧਰ ਉਹ ਬੰਦਾ ਬੈਠਾ ਚਲਾਈ ਜਾਂਦਾ। ਕਹਿੰਦਾ ਦੱਸੋ ਦੋਹਾਂ ਦੇ ਵਿੱਚ ਫਰਕ ਕੀ ਹੈ? ਇੱਕ ਉਹ ਰੱਸੀ ਦੇ ਨਾਲ ਫਸਿਆ ਪਿਆ ਤੇ ਇੱਕ ਇੱਧਰ ਵਾਲੇ ਦੇ ਨਾਲ ਫਸਿਆ ਪਿਆ। ਉਹ ਸਿਆਣਾ ਸੱਜਣ ਕਹਿੰਦਾ ਨੀਂਦ ਕਹਿੰਦੇ ਤੁਹਾਨੂੰ ਅੱਖਾਂ ਬੰਦ ਕਰਨ ਨਾਲ ਨਹੀਂ ਆਊਗੀ, ਨੀਂਦ ਤੇ ਫੋਨ ਬੰਦ ਕਰਨ ਨਾਲ। ਜਿਨ੍ਹਾਂ ਨੇ ਬਣਾਇਆ ਸੀ ਨਾ ਉਹ ਵੇਖੋ ਕਿੰਨੀਆਂ ਤਰੱਕੀਆਂ ਕਰ ਗਏ, ਵਰਲਡ ਪਾਵਰ ਬਣਨ ਨੂੰ ਫਿਰਦੇ ਨੇ ਉਹ ਅੱਜ, ਤੇ ਸਾਡੇ ਬੱਚੇ ਅਸੀਂ ਆਪ ਦਿਨ ਰਾਤ ਲੱਗੇ ਹੋਏ ਆ। ਠੀਕ ਹੈ, ਇਹਨੂੰ ਵਰਤਣਾ, ਗੁਰਮੁਖ ਪਿਆਰੇ ਨੇ ਵੀ ਪਰਸੋਂ ਕਿਹਾ ਇਹਨੂੰ ਵਰਤਣਾ ਹੈ ਚੰਗੇ ਲਈ ਵਰਤੇ। YouTube ਜਿਹੜਾ ਹੈ ਨਾ ਉਹਦੇ ਤੇ ਬੇਅੰਤ ਕੀਰਤਨੀਆਂ ਦੇ ਕੀਰਤਨ, ਬੇਅੰਤ ਵਿਚਾਰਾਂ ਪਈਆਂ ਨੇ। ਫੇਸਬੁੱਕ ਦੇ ਰਾਹੀਂ ਵੀ ਤੁਸੀਂ ਸਰਵਣ ਕਰ ਸਕਦੇ ਹੋ, ਪਰ ਜੇ ਸਾਧ ਸੰਗਤ ਗਾਣੇ ਹੀ ਵੇਖਣੇ, ਹੋਰ ਹੀ ਚਲਿੱਤਰ ਵੇਖਣੇ, ਫਿਰ ਤੇ ਆਪਣੇ ਹੱਥ ਵਿੱਚ ਹੈ ਨਾ, ਇਹ ਤੇ ਜ਼ਹਿਰ ਅਸੀਂ ਆਪ ਘੋਲੀ ਜਾ ਰਹੇ ਹਾਂ। ਉਹ ਸਿਆਣਾ ਸੱਜਣ ਕਹਿੰਦਾ ਹੈ, ਕਹਿੰਦੇ ਅੱਖਾਂ ਬੰਦ ਕਰਨ ਨਾਲ ਨਹੀਂ ਨੀਂਦ ਆਉਣੀ, ਨੀਂਦ ਤੇ ਫੋਨ ਬੰਦ ਕਰਨ ਨਾਲ ਆਵੇਗੀ। ਹੁਣ 11-12 ਵਜੇ ਤੱਕ ਜਿਹੜਾ ਸੌਂ ਰਿਹਾ ਆਖਿਆ, ਉਹ ਅੰਮ੍ਰਿਤ ਵੇਲਾ ਕਿਵੇਂ ਸਾਂਭ ਲੂਗਾ? ਨਾਲੇ ਇਹ ਦਿਨ ਤੇ ਜਿਹੜੇ ਮਿਲੇ ਸੀ ਨਾ ਜੀ, ਇਹ ਤੇ ਸਾਧ ਸੰਗਤ ਗੋਲਡਨ ਚਾਂਸ ਮਿਲਿਆ ਸੀਗਾ। ਮੈਂ ਹੈਰਾਨ ਹੋਣਾ, ਚਾਹੀਦਾ ਤੇ ਇਹ ਸੀ ਕਿ ਸਾਡਾ ਘਰ ਗੁਰਦੁਆਰਾ ਬਣ ਜਾਵੇ। ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨਾ, ਚਾਹੀਦਾ ਇਹ ਸੀ ਕਿ ਸਾਡਾ ਘਰ ਗੁਰਦੁਆਰਾ ਬਣ ਜਾਵੇ। ਅੱਜ ਕਈ ਥਾਵੀਂ ਕੋਸ਼ਿਸ਼ਾਂ ਇਹ ਹੋ ਰਹੀਆਂ ਨੇ ਕਿ ਗੁਰਦੁਆਰੇ ਨੂੰ ਘਰ ਬਣਾਉਣ ਨੂੰ ਫਿਰਦੇ ਨੇ। ਮੈਨੂੰ ਮਿਲਿਆ ਕੋਈ, ਇੱਥੇ ਦੀ ਗੱਲ ਨਹੀਂ ਹੈ, ਚੰਡੀਗੜ੍ਹ ਦਾ ਸੀ, ਸੇਵਾ ਕਰਦਾ ਸੀ ਉੱਥੇ। ਐਤਵਾਰ ਵਾਲੇ ਦਿਨ ਅਸੀਂ ਸਮਾਪਤੀ ਜਿਹੜੀ ਸੀ ਉਹ ਲੇਟ ਕਰਿਆ ਕਰਦੇ ਸੀ, ਲੰਗਰ ਹੁੰਦਾ ਸੀਗਾ ਜਿਵੇਂ ਆਪਣੇ ਲੇਟ ਹੁੰਦੀ ਹੈ। ਚਲੋ ਹੁਣ ਤੇ ਥੋੜਾ ਜਿਹਾ ਟਾਈਮ ਟੇਬਲ ਬਦਲਿਆ ਹੋਇਆ ਹੈ, ਉਦੋਂ ਲੇਟ ਹੋਇਆ ਕਰਦੀ ਸੀ ਸਮਾਪਤੀ। ਅੱਗੇ ਅਸੀਂ 8 ਵਜੇ ਸਮਾਪਤੀ ਕਰ ਦਿੰਦੇ ਸੀ ਤੇ ਐਤਵਾਰ ਵਾਲੇ ਦਿਨ 9 ਵਜੇ 1 ਘੰਟਾ ਲੇਟ 9:30 ਹੋ ਜਾਂਦੇ ਸੀ। ਅਸੀਂ ਸਮਾਪਤੀ ਕਰਕੇ ਹੇਠਾਂ ਨੂੰ ਆ ਰਹੇ ਸੀ, ਭੈਣ ਜੀ ਮਿਲੇ ਇੱਕ, ਕਹਿੰਦੇ ਭਾਈ ਸਾਹਿਬ ਜੀ ਅੱਜ ਸਮਾਪਤੀ ਛੇਤੀ ਕਰ ਦਿੱਤੀ। ਮੈਂ ਬੇਨਤੀ ਕੀਤੀ, ਮੈਂ ਕਿਹਾ ਨਹੀਂ ਭੈਣ ਜੀ ਅੱਜ ਤੇ ਸਗੋਂ ਲੇਟ ਕੀਤੀ, 1.25 ਘੰਟਾ 1.5 ਘੰਟਾ ਲੇਟ ਹੈ। ਮੈਂ ਕਿਹਾ ਐਤਵਾਰ ਨੂੰ ਅਸੀਂ ਲੇਟ ਕਰਦੇ ਹਾਂ। ਕਹਿੰਦੇ ਥੋੜਾ ਜਿਹਾ ਹੋਰ ਲੇਟ ਕਰ ਲਿਆ ਕਰੋ। ਮੈਂ ਕਿਹਾ ਕਿਵੇਂ? ਕਹਿੰਦੇ ਬੱਚੇ ਸੁੱਤੇ ਨਹੀਂ ਜੇ ਉੱਠਦੇ। ਹੁਣ ਇਹ ਆਪਾਂ ਵਿਚਾਰੀਏ ਕਿ ਗੁਰੂ ਸਾਹਿਬ ਸਾਨੂੰ ਉਡੀਕਣ ਕਿ ਅਸੀਂ ਗੁਰੂ ਸਾਹਿਬ ਨੂੰ ਉਡੀਕੀਏ, ਇਹ ਬਹੁਤ ਵੱਡਾ ਇੱਕ ਪਰੇਸ਼ਾਨੀ ਦਾ ਸਬਬ ਬਣ ਚੁੱਕਿਆ ਹੈ। ਤੇ ਸੱਚ ਹੈ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੈ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ ਤੇ ਕਰ ਮਰਹਠ ਸਾਰਖੇ ਭੂਤ ਵਸੈ ਤਹਿ ਮਾਹੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਹਿੰਦੇ ਭਾਈ ਇਸ ਭਿਆਨਕ ਸਮੇਂ ਦੇ ਵਿੱਚ ਇਨਸਾਨ ਨਹੀਂ ਭੂਤ ਨੇ ਪੈਦਾ ਹੁੰਦੇ ਪਏ ਨੇ, ਰਾਖਸ਼। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ,
ਜਿਨ ਪੈਦਾ ਹੋਏ ਨੇ ਪੁੱਤ ਜਨੂਰਾ। ਹੁਣ ਪੁੱਤ ਜਿਨ ਤੋਂ ਵੱਡਾ ਹੈ, ਜਿਸ ਨੂੰ ਮਾਂ ਵੀ 11 10 ਵਜੇ ਅੱਜ ਹੀ ਕੋ ਰਿਹਾ ਹੈ। ਬਹੁਤ ਪੈਰੈਂਟਸ ਕਹਿੰਦੇ ਨੇ, ਗੱਲਬਾਤ ਹੁੰਦੀ ਰਹਿੰਦੀ ਹੈ, ਕਹਿੰਦੇ ਭਾਈ ਸਾਹਿਬ ਸਾਰਾ ਟਾਈਮ ਟੇਬਲ ਹੀ ਵਿਗੜ ਗਿਆ। ਵਿਗਾੜਨ ਵਾਲਾ ਕੌਣ ਹੈ? ਆਪਾਂ ਕਹੀ ਜੀ ਸਮੇਂ ਨੇ ਵਿਗਾੜਿਆ, ਨਹੀਂ, ਸਮੇਂ ਨੂੰ ਨਹੀਂ ਦੋਸ਼ੀ ਠਹਿਰਾਣਾ। ਸਤਿਗੁਰੂ ਕਹਿੰਦੇ ਹਰ ਪਾਸੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਸਗੋਂ ਸਾਧ ਸੰਗਤ ਹੁਣ ਤੇ ਸਕੂਲ ਤੋਂ ਵੀ ਛੁੱਟੀਆਂ ਨੇ, ਹੋਰ ਪਾਸੇ ਤੋਂ ਵੀ ਬਹੁਤ ਘੱਟ। ਆ ਪਿਛਲੇ ਦਿਨੀ ਚਲੋ ਹੁਣ ਤੇ ਖੁੱਲਿਆ ਹੈ, ਦਿਨੇ ਇਨਾਮ ਕਰ ਲਿਆ, ਘੱਟੋ ਘੱਟ ਅੰਮ੍ਰਿਤ ਵੇਲਾ ਤੇ ਸਾਂਭ ਲਈਏ। ਐਵੇਂ ਥੋੜੀ ਸਤਿਗੁਰੂ ਨੇ ਕਹਿ ਦਿੱਤਾ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਕਿ ਆਪਾਂ ਉਹ ਧਨ ਇਕੱਠਾ ਕੀਤਾ, ਕਿ ਆਪਾਂ ਉਹ ਪੂੰਜੀ ਇਕੱਠੀ ਕੀਤੀ ਕਿ, ਤੇ ਜਿਨ੍ਹਾਂ ਨੇ ਉਹ ਪੂੰਜੀ ਇਕੱਤਰ ਕੀਤੀ ਨਾ, ਧਿਆਨ ਦੇਣਾ ਉਹਨਾਂ ਦੇ ਘਰੇ ਤੇ ਕਦੇ ਬਖਸ਼ਿਸ਼ ਦਾ ਟੋਟਾ ਆਈ ਨਹੀਂ ਨਾ ਸਕਦਾ। ਗੁਰਮੁਖਾਂ ਦੇ ਕੋਲ ਕਿਹੜੀ ਪੂੰਜੀ ਹੁੰਦੀ ਕਿ, ਗੁਰਮੁਖਾਂ ਦੇ ਕੋਲ ਕਿਹੜੀ ਪੂੰਜੀ ਕਿ ਜਿਹੜੀ ਉਹ ਵੰਡੀ ਜਾਂਦੇ ਨੇ। ਉਹ ਇਹੀ ਪੂੰਜੀ ਹੈ, ਹਰ ਧਨ ਅੰਮ੍ਰਿਤ ਵੇਲੇ ਵਰਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਹੀਂ। ਇਹ ਸਥਾਨ ਤੇ ਬਖਸ਼ਿਸ਼ਾਂ ਕਦ ਦੀਆਂ ਵਰਤਦੀਆਂ ਨੇ। ਉਹ ਪੂੰਜੀ ਸਾਧ ਸੰਗਤ ਖਤਮ ਹੁੰਦੀ ਹੈ, ਕਦੇ ਵੀ ਨਹੀਂ। ਦਾਸ ਨੇ ਪਿਛਲੇ ਦਿਨ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ, ਵੇਖੋ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਕੀਰਤਨ ਹੀ ਹੈ। ਦਰਬਾਰ ਸਾਹਿਬ ਦੀ ਮਰਿਆਦਾ ਹੈ ਜੀ, ਉੱਥੇ ਜਦੋਂ ਕੀਰਤਨ ਹੁੰਦਾ, ਸ਼ਬਦ ਦਾ ਕੀਰਤਨ ਹੁੰਦਾ, ਉੱਥੇ ਕੀਰਤਨ ਕਰਨ ਵਾਲਾ ਜਿਹੜਾ ਹੈ ਨਾ, ਉਹ ਸਿੱਧਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਾ ਸਕਦਾ। ਮਰਿਆਦਾ ਬਣੀ ਕੋਈ ਕਿਆ, ਮਰਿਆਦਾ ਬਣੀ ਕੋਈ, ਵਾਹਿਗੁਰੂ ਵਾਹਿਗੁਰੂ ਨਹੀਂ ਜਪਾ ਸਕਦਾ। ਹਾਂ, ਬਾਣੀ ਦੇ ਵਿੱਚੋਂ ਸੇਵਕ ਕੇ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ, ਇਹ ਵਾਲੇ ਸ਼ਬਦ ਸਿੱਧਾ ਵਾਹਿਗੁਰੂ ਨਹੀਂ ਜਪਾ ਸਕਦਾ। ਪਰ ਜਦੋਂ ਵੱਡਾ ਸਮਾਗਮ ਹੁੰਦਾ ਹੈ ਨਾ ਜੀ, ਆਪਣਾ ਹੋਰ ਵੀ ਆਪਾਂ ਕੋਈ ਸਮਾਗਮ ਕਰਾਉਂਦੇ ਆ, ਸ੍ਰੀ ਦਰਬਾਰ ਸਾਹਿਬ ਤੋਂ ਜੱਥੇ ਆਉਂਦੇ ਨੇ, ਜਦੋਂ ਬਹਿ ਕੇ ਇੱਥੇ ਕੀਰਤਨ ਕਰਦੇ ਨੇ ਨਾ, ਤੇ ਉਹ ਜਪਾ ਜਾਂਦੇ ਨੇ, ਬਾਅਦ ਦੇ ਵਿੱਚ ਕਹਿ ਵੀ ਜਾਂਦੇ ਨੇ, ਕਹਿੰਦੇ ਸੱਚ ਹੈ ਕਿ ਅਸੀਂ ਦਰਬਾਰ ਸਾਹਿਬ ਕਦੇ ਜਾਪ ਨਹੀਂ ਕਰਦੇ, ਪਰ ਕਹਿੰਦੇ ਇਸ ਅਸਥਾਨ ਤੇ ਜਦੋਂ ਆਉਨੇ ਆ, ਅੰਦਰੋਂ ਹੀ ਕਹਿੰਦੇ ਆਵਾਜ਼ ਆਉਂਦੀ ਹੈ, ਚਲੋ ਸਿਮਰਨ ਕਰਾਈ। ਕਾਰਨ ਕੀ ਹੈ? ਹਰ ਧਨ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਹੀਂ। ਉਹ ਭਗਤ ਇੰਨਾ ਕਮਾ ਕੇ ਗਏ, ਇੱਥੇ ਇੰਨਾ ਦੇ ਕੇ ਗਏ, ਉਹਦਾ ਟੋਟਾ ਆਉਂਦਾ ਹੀ, ਉਹਦਾ ਟੋਟਾ ਨਹੀਂ ਆਉਂਦਾ। ਅੰਦਰ ਵੜਦੇ ਹੀ ਸਾਰ ਸਿਮਰਨ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਜੇ ਤੂੰ ਵੀ ਆਪਣੇ ਘਰ ਦੇ ਵਿੱਚ ਇਹ ਦਾਤ ਚਾਹੁੰਦਾ ਨਾ, ਫਿਰ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰ, ਜਪਿਆ ਕਰ। ਉਹ ਕਿੱਥੋਂ ਜਪਣ ਲੱਗ ਜਾਂਦੇ ਨੇ ਜੀ, ਜਦ ਕਿ ਉਹਨਾਂ ਦੀ ਕੀਰਤਨ ਸ਼ੈਲੀ ਹੈ ਹੀ ਨਹੀਂ ਹੈ, ਨਹੀਂ ਹੈ, ਪਰ ਉਹ ਕਿੱਥੋਂ ਜਪਦੇ ਨੇ? ਸਾਧ ਸੰਗਤ ਬਾਣੀ ਕਹਿੰਦੀ ਕਿ ਕਬੀਰ ਸੋਈ ਮੁਖ ਧਨ ਕਹਿ ਜੈ ਆਮ, ਕਹਿੰਦੇ ਫਿਰ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵੇਂ ਸਮਰਥ ਆਪਣਾ ਬਿਨਸੈ ਸਭ ਮੰਦਾ। ਜਪਿਆ ਹੋਇਆ ਇੰਨਾ ਹੈ, ਉਹ ਇੰਨੀ ਕਮਾਈ ਹੈ, ਉਹ ਵਰਤਦੀ ਪਈ, ਟੋਟਾ ਆ ਸਕਦਾ ਹੈ? ਨਹੀਂ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਯਤਨ ਕਰੀਏ ਫਿਰ। ਜੇ ਸਾਧ ਸੰਗਤ ਸਤਿਗੁਰੂ ਕਹਿ ਰਹੇ ਨਾ, ਘਰ ਧਨ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾ। ਕਿ ਆਪਣੇ ਧਨ ਜਿੰਨੇ ਵੀ ਆਪਾਂ ਇਕੱਠੇ ਕੀਤੇ ਨੇ ਨਾ, ਇਹ ਖਤਮ ਹੋ ਜਾਣਗੇ। ਇੱਕ ਦਾਤ ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ ਦੇ ਕੇ ਜਾਈਏ, ਉਹ ਹੈ ਅੰਮ੍ਰਿਤ ਵੇਲੇ ਦੀ ਦਾਤ, ਉਹ ਹੈ ਸਿਮਰਨ ਦੀ ਦਾਤ। ਬਹੁਤਾ ਨਾ ਕਰਿਆ ਕਰੋ ਜੀ। ਚਲੋ ਇਹ ਹੁੰਦਾ ਹੋਵੇਗਾ, ਸਵੇਰ ਦਾ ਪ੍ਰਸ਼ਾਦਾ ਤੁਸੀਂ ਇਕੱਠੇ ਨਹੀਂ ਛਕਦੇ ਹੋਗੇ, ਦੁਪਹਿਰ ਦਾ ਨਹੀਂ। ਕੁਝ ਕੁ ਨੁਕਤੇ ਦੱਸਣ ਲੱਗਾ, ਸਤਿਗੁਰੂ ਰਹਿਮਤ ਕਰਨ ਕਮਾਲ ਲਈਏ ਆਪਾਂ। ਰਾਤ ਨੂੰ ਜਦੋਂ ਤੁਸੀਂ ਸਾਰੇ ਇਕੱਠੇ ਪ੍ਰਸ਼ਾਦਾ ਛਕਦੇ ਹੋ ਨਾ, ਬਿਠਾ ਕੇ ਸਾਰਿਆਂ ਨੂੰ, ਆਓ ਭਾਈ ਪ੍ਰਸ਼ਾਦਾ ਛਕਣ ਤੋਂ ਪਹਿਲਾਂ 2 ਮਿੰਟ ਸਿਮਰਨ ਕਰ ਲਈਏ। ਜਪਿਆ ਗਿਆ, ਅੰਮ੍ਰਿਤ ਵੇਲੇ ਉੱਠ ਕੇ ਜਪ ਲਈਏ। ਦਾਤਾ ਜੀ ਤੇ ਕਹਿੰਦੇ ਨਾ, ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ, ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ। ਕਿੱਥੇ ਗੱਡੀ ਦੇ ਵਿੱਚ ਸਾਰੀ ਫੈਮਿਲੀ ਚੱਲੀ, ਜਪਾ ਲਈਏ। ਜੇ ਤੁਸੀਂ ਕਿੱਥੇ ਇਹ ਦੌਲਤ, ਇਹ ਧਨ ਆਪਣੇ ਪਰਿਵਾਰ ਨੂੰ ਦੇ ਕੇ ਗਏ ਨਾ ਜੀ, ਸੱਚ ਜਾਣਨਾ ਇਹ ਦੌਲਤ ਕਦੇ ਵੀ ਮੁੱਕਣ ਵਾਲੀ ਨਹੀਂ, ਇਹ ਵੱਧਦੀ ਜਾਊਗੀ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ ਦੇਈਏ। ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਆਪਣੇ ਬੱਚਿਆਂ ਨੂੰ ਇਹ ਅਸੀਸ ਦਈਏ, ਇਹ ਸੱਚੇ ਨਾਮ ਦੀ ਜਿਹੜੀ ਹੈ ਨਾ,
खुराक दईए, धन तुहाडा दिता होया मुक जूगा। शायद तुहाडा इकट्ठा करके दिता होया धन बैंकां विच जमा किया होया कल नूं उन्हां नूं गलत राय भी पा देवे, पर अमृत वेले उठ के जपाया गया ना बिगड़े होए जीवनां नूं भी सुधार के रख दिंदा है। बिगड़े होए जीवन नूं भी सुधार के रख दिंदा है। फिर आपां ये विचार अपने हिरदे दे विच कमाउण दा यतन करिए। सतगुरु रहमत करन। बाबा जी कहंदे अज झाला घे उठ नाम जप निस बासुर आराध। अमृत वेले जपेगा जेड़ा सच जानना वो दिन रात भी जपेगा। बाबा कबीर साहब ने एक बचन कहा, वो कह के अगे तुरीए। बाबा जी कहंदे कबीर सुपने हूँ बरडाए कै जय मुख निकसै राम। कहते जेड़ा सुपने दे विच भी रब रब वाहिगुरु वाहिगुरु करे ना ताकि पग की पन ही मेरो तन को चाम। कहते ऐ करो मेरे तन की चमड़ी खिंच के ना उस गुरमुख के पैर की जुत्ती बना दो। सुपने दे विच पता कौन जपूगा? जेड़ा साध संगत जागदा होया जपदा है। जेड़ा सुपने दे विच भी कदे किसे दा बुरा कदे किसे दा माड़ा, जेड़ा सुपने दे विच भी किसी दी धी बेटी नूं वेख के मन दे विच गलत फुरनी पैदा करी जाऊगा, उहदे दिमाग दे विच सुत्ते पे भी होई कुछ चलना है। इन्नी वड्डी गल एवें नहीं बाबा जी ने कह दी सुपने घूम परड़ाए के। इहदा मतलब किन्नी कमाई वाला गुरमुख होवेगा जेड़ा सुपने दे विच भी करते परमात्मा नूं याद कर रहा है। इत्थे ते साध संगत हकीकत विच नहीं याद करते पे। हकीकत विच याद करांगे ना फिर सुपने दे विच सुभावक ही पहुंच जाएगा। निस बासुर आराध कारा। कारा दे अर्थ झोरा चिंता फिकर। कारा तुझे ना व्यापी। कहंदे वेखी तेरी चिंता तेरा फिकर वो तेरे उत्ते प्रभाव पाई नहीं सकेगा। नानक मिटे उपाद। उपाद दे अर्थ साध संगत आपां कह सकते हैं जी आउण वाले दुख आउण वालियां परेशानियां झगड़े आदक वाला जिहड़ा तेरा झगड़ालू सुभाव है ना ये खत्म हो जाएगा। साडे जीवन विच मुसीबत साडे झगड़ालू सुभाव करके आउंदी है, साडे माड़े बोलां करके आउंदी है। वेखो ध्यान देना साध संगत जे अपना अंदर खंडाउणा नहीं ना चाहते एक यतन करना किसी नूं फिक्का बोलना बोलना। फिक्का बोल तुसी बोलोगे उन्हें अगों जवाब देना अंदर खिंड जूगा। ये साडे हत्थ विच है कि असी अपने अंदर खिंडा पैदा करना कि टिका पैदा करना। ते जेड़ा अमृत वेले परमात्मा दा नाम जपदा है दिन रात आराधदा है वो फिक्का बोल नहीं बोलूगा। सतगुरु कहंदे सुभाविक होवेगा कारा तुझे ना व्यापी। चिंता फिक्र गई नानक मिटे उपाद। आउण वाले दुख अपने आप मिट जाणगे, अपने आप खत्म हो जाणगे। फिर यतन करिए सांभना शुरू कर दईए अमृत वेला। करते दी याद विच जुड़िए। ये सब तो वड्डी दात है मालक दे दर दी। आपां इत्थे आके मंगिया करिए। जे तुसी ये दात इत्थों मंग लई समझ जाना कि सब कुछ तुहाडी झोली पै गया। क्यों? जिथे करता परमात्मा दी याद है ना उत्थे साध संगत किसी गल का कोई तोटा ही नहीं। जाके ग्रह सब किछ है भाई नौनिध भरे भंडार तिसकी कीमत ना पवे भाई ऊंचा अगम अपार। जिदे घर सारी बख्शिशां दा दाता आ गया उहदे घरे तोटा काहदा रह गया? तोटा काहदा रह गया? धन गुरु नानक देव पातशाह जी जिथे भी गए ये नहीं क्या कि मेरे कोले करतारपुर आयो फिर तुहानू मैं कुछ दवांगा। सतगुरु करदे की सी उत्थे एक धर्मसाल बना आउंदे सी, एक मुखी थाप दिंदे सी ते क्या करदे सी लो भाई अमृत वेले उठ के जपिया करो। जपिया करो दो वेले दी संगत, दो वेले दी संगत तुसी जपिया करो। सतगुरु रहमत करन। अगला वचन आखदे ने पौड़ी दे अंदर सतगुरु झज्जा झूरन मिटे तुमारो। कहंदे झज्जा अखर ए प्रेरणा दे रहा है झज्जा झूरन मिटे तुमारो। झूरन दे अर्थ साध संगत दुखी होना परेशान होना। अज हर एक दे कोले परेशानी है। अज हर एक दे कोल है परेशानी। झूरना दुखी होना। कोई बच्चों की गल करदा है, कोई बिजनेस की गल करदा है, कोई साध संगत रिश्तेदारी की गल करदा है। दाता जी कहते मिट जाएगा। क्यों? जिसनों बख्शे सिफत सालाह नानक पातशाह ही पातशाह।
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਯਾਦ ਵਸ ਜਾਵੇ। ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਵਿਚਾਰਨਾ ਨਾ ਕਦੇ ਸਾਧ ਸੰਗਤ ਸਾਡੇ ਘਰ ਦੇ ਵਿੱਚੋਂ ਚਲੋ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਕੋਈ ਪਰੇਸ਼ਾਨੀ ਆ ਜਾਂਦੀ ਹੋਵੇਗੀ, ਇਹਦੇ ਤੋਂ ਵੱਡੀ ਪਰੇਸ਼ਾਨੀ ਆ ਸਕਦੀ ਹੈ ਜੀਵਨ ਵਿੱਚ। ਇੱਕ ਹਫ਼ਤੇ ਦੇ ਵਿੱਚ ਸਾਰਾ ਦਾ ਸਾਰਾ ਪਰਿਵਾਰ ਸ਼ਹੀਦ ਹੋ ਜਾਣਾ। ਕਲਗੀਆਂ ਵਾਲਾ ਬਾਗ ਇੱਕ ਹਫ਼ਤੇ ਦੇ ਵਿੱਚ ਹੈ ਸੀ ਝੋਰਾ, ਫਿਰ ਵੀ ਟਿੰਡ ਦਾ ਸਰਹਾਣਾ ਲੈ ਕੇ ਮਾਛੀਵਾੜੇ ਦੇ ਜੰਗਲ ਵਿੱਚ ਕਹਿੰਦੇ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ, ਦੁੱਧ ਬਿਨ ਰੋਗ ਰਜਾਈਆਂ ਦਾ ਉੱਡਣ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਡੀ ਅੱਖਾਂ ਦੇ ਸਾਹਮਣੇ ਕਹਿ ਦਿਨ ਰਾਤ ਭਰਾਤ ਪਾਉਂਦਾ ਰਿਹਾ ਪਿਰਥੀ ਚੰਦ, ਮੀਣੇ ਹੋਰ ਬਤੇਰੇ ਤਪਾਉਂਦੇ ਰਹੇ। ਉਧਰੋਂ ਉਹ 5 ਭਗਤ 4 ਭਗਤ ਐਸੀ ਛੱਜ ਕਾਨੂੰ ਸ਼ਾਹ ਹੁਸੈਨ, ਸੁਲੀ ਖਾਂ ਆਇਆ ਸੁਲਭੀ ਖਾਂ ਆਇਆ, ਕਿੰਨਿਆਂ ਨੇ ਤਪਾਇਆ। ਕਰਮੋਂ ਕਹਿੰਦੀ ਰਹੀ ਔਂਤਰੇ ਤੱਕ ਕਹਿ ਦਿੱਤਾ ਇਹਨਾਂ ਦੇ ਘਰੇ ਤੇ ਔਲਾਦ ਹੀ ਨਹੀਂ ਹੋਣੀ, ਪਰ ਦਾਤਾ ਜੀ ਤਪੇ ਨਹੀਂ। ਕਿਉਂ? ਉਹਨਾਂ ਨੇ ਇਹ ਬਚਨ ਕੱਲੇ ਕਹੇ ਨਹੀਂ, ਕਮਾਏ ਵੀ ਨਹੀਂ। ਝੱਜਾ ਝੂਰਨ ਮਿਟੇ ਤੁਮਾਰੋ, ਪਰ ਕਿੱਦਾਂ? ਕਹਿੰਦੇ ਰਾਮ ਨਾਮ ਸਿਉ ਕਰ ਵਿਵਹਾਰੋ। ਤੂੰ ਆਪਣੀ ਜਿਹੜੀ ਮਿਲ ਵਰਤਨ ਹੈ ਨਾ ਵਿਵਹਾਰ, ਜਿਵੇਂ ਆਪਾਂ ਸੰਸਾਰ ਦੇ ਪਦਾਰਥਾਂ ਦੇ ਨਾਲ ਬਣਾਇਆ, ਜੀਵ ਦੇ ਸਵਾਦਾਂ ਦੇ ਨਾਲ ਬਣਾਇਆ, ਸਾਧ ਸੰਗਤ ਰਿਸ਼ਤੇਦਾਰਾਂ ਦੇ ਨਾਲ। ਸਤਿਗੁਰੂ ਕਹਿੰਦੇ ਇਹ ਨਹੀਂ ਕਹਿ ਰਹੇ ਨਹੀਂ ਉਹਨਾਂ ਨਾਲ ਵਿਵਹਾਰ ਬਣਾਉਣਾ, ਪਰ ਕਹਿੰਦੇ ਜੇ ਜੀਵਨ ਦੇ ਵਿੱਚੋਂ ਝੋਰਾ ਮਿਟਾਉਣਾ ਚਾਹੁੰਦਾ ਹੈ, ਚਿੰਤਾ ਪਰੇਸ਼ਾਨੀ ਮਿਟਾਣੀ ਚਾਹੁੰਦਾ ਨਾ, ਰਾਮ ਨਾਮ ਸਿਉ ਕਰ ਵਿਵਹਾਰੋ, ਪਰਮਾਤਮਾ ਦੇ ਨਾਮ ਦੇ ਨਾਲ ਮਿਲ ਵਰਤਨ ਸ਼ੁਰੂ ਕਰ ਦੇ। ਵਿਵਹਾਰੋ ਦੇ ਅਰਥ ਸਾਧ ਸੰਗਤ ਵਣਜ ਕਰਨਾ ਸ਼ੁਰੂ ਕਰਨਾ, ਕਿ ਭਾਈ ਮੇਰਾ ਤੇ ਉਹਦਾ ਵਿਵਹਾਰ ਚੱਲਦਾ ਹੈ, ਅਸੀਂ ਇੱਕ ਦੂਜੇ ਦੇ ਨਾਲ ਬਿਜ਼ਨਸ ਦੀ ਸਾਂਝ ਰੱਖੀ ਹੋਈ ਹੈ। ਸਤਿਗੁਰੂ ਕਹਿੰਦੇ ਸੰਸਾਰਿਕ ਬਿਜ਼ਨਸ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਹੋ ਸਕਦਾ ਘਾਟੇ ਵਾਧੇ ਦਾ, ਤੂੰ ਐਂ ਕਰ ਆ ਵਣਜ ਕਰੋ ਵਣਜਾਰਿਓ ਵੱਖਰ ਲਿਓ, ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਖੈ ਨਾਲ। ਇਹਦੇ ਵਿੱਚ ਤੇ ਕਦੇ ਤੋਟਾ ਹੀ ਨਹੀਂ ਆਵੇਗਾ। ਰਾਮ ਨਾਮ ਸਿਉ ਕਰ ਵਿਵਹਾਰੋ, ਝੱਜਾ ਝੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉ ਕਰ ਵਿਵਹਾਰੋ। ਤੇ ਬਾਕੀ ਅਸੀਂ ਵਿਵਹਾਰ ਹਰ ਪਾਸੇ ਬਣਾਇਆ ਹੋਇਆ, ਪਰਮਾਤਮਾ ਦੇ ਨਾਮ ਨਾਲ ਨਹੀਂ ਹੈ। ਉਹ ਜੇ ਬਣਾਉਂਦੇ ਵੀ ਆ ਨਾ, ਕਈ ਵਾਰੀ ਬਿਜ਼ਨਸ ਕਰਕੇ ਬਣਾਉਂਦੇ ਆ। ਸਾਡਾ ਬਿਜ਼ਨਸ ਵਧੀਆ ਚੱਲੇ, ਚਲੋ ਪਾਠ ਕਰਾ ਲਈਏ, ਸਾਡਾ ਕੰਮ ਵਧੀਆ ਚੱਲੇ, ਚਲੋ ਪਾਠ ਕਰਾ ਲਈਏ। ਦਾਤਾ ਜੀ ਕਹਿੰਦੇ ਨੇ ਕਾਮੀ ਹੋ ਕੇ ਨਾ, ਕਾਮਨਾ ਤੋਂ ਰਹਿਤ ਹੋ ਕੇ ਹੱਥ ਜੋੜ ਕੇ ਆਖ, ਮੂੰਹ ਲਾਲਨ ਸਿਉ ਪ੍ਰੀਤ ਬਨੀ, ਤੋਰੀ ਨਾ ਟੂਟੇ ਸ਼ੋਰੀ ਨਾ ਛੁਟੇ, ਐਸੀ ਮਾਧੋ ਖਿੰਚ ਤਨੀ। ਵਿਵਹਾਰ ਇਦਾਂ ਦਾ ਬਣਾ ਲੈ, ਆਖਾਂ ਜੀਵਾ ਵਿਸਰੇ ਮਰ ਜਾਉ। ਵਿਵਹਾਰ ਇਦਾਂ ਦਾ ਬਣਾ ਲੈ, ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ, ਸੁਣ ਬੇਨਤੀ ਮੇਰੀ ਹਉ ਵਾਰੀ, ਮੁਖ ਫੇਰ ਪਿਆਰੇ ਕਰਵਟ ਦੇ ਮੋਕੋ, ਕਾਹੇ ਕੋ ਮਾਰੇ। ਵਿਵਹਾਰ ਇਹੋ ਜਿਹਾ ਬਣਾ ਲੈ ਮਾਲਕ ਪਰਮਾਤਮਾ ਦੇ ਨਾਲ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਵਿਵਹਾਰ ਇਹੋ ਜਿਹਾ ਹੋਵੇ, ਬਿਜ਼ਨਸ ਮਾਈਂਡ ਨਾ ਹੋਵੇ ਕਿ ਜੀ ਮੈਂ ਇੰਨੇ ਦਿਨ ਪਾਠ ਕਰਾਂਗਾ, ਮੇਰਾ ਇਹ ਵਾਲਾ ਕੰਮ ਹੋ ਜਾਵੇ, ਫਿਰ ਉਹਨੇ ਦਿਨ ਆਨੰਦ ਰਵੇਗਾ ਉਹਦੇ ਤੋਂ ਬਾਅਦ। ਤੇ ਜੇ ਉਸ ਬਿਜ਼ਨਸ ਵਿੱਚ ਘਾਟਾ ਪੈ ਗਿਆ ਫਿਰ ਝੋਰਾ ਵੀ ਆਵੇਗਾ। ਦਾਤਾ ਜੀ ਕਹਿੰਦੇ ਮਾਲਕ ਦੇ ਨਾਲ ਪ੍ਰੀਤ ਬਣਾਣੀ ਨਾ, ਨਿਸਵਾਰਥ ਪ੍ਰੀਤ ਹੋਵੇ, ਨਿਸਵਾਰਥ ਪ੍ਰੀਤ ਹੋਵੇ, ਤੇਰਾ ਸਵਾਰਥ ਕੋਈ ਨਾ ਹੋਵੇ। ਹੱਥ ਜੋੜ ਕੇ ਦਾਤੇ ਦੇ ਅੱਗੇ ਅਰਦਾਸ ਕਰ, ਮੇਲ ਲਿਖੋ ਦਿਆਲ ਟਹਿ ਪਏ ਦੁਆਰਿਆ, ਰਖ ਲਿਓ ਦੀਨ ਦਿਆਲ ਭਰਮਤ ਬੋਖਾਰਿਆ। ਵਿਵਹਾਰ ਇਹੋ ਜਿਹਾ ਹੋਵੇ। ਉਹ ਸਾਡਾ ਉੱਥੇ ਤੱਕ ਦਾ ਹੀ ਸੀਮਿਤ ਰਹਿ ਗਿਆ। ਸਾਡਾ ਤੇ ਕਈ ਵਾਰੀ ਸਾਡੇ ਬੱਚਿਆਂ ਨੂੰ ਖਿਮਾ ਕਰ ਦੇਣਾ ਕੌਣ? ਦਾਸ ਨੇ ਪਿਛਲੇ ਦਿਨ ਵੀ ਬੇਨਤੀ ਕੀਤੀ, ਵਿਵਹਾਰ ਆਨੰਦ ਕਾਰਜ ਵਾਲੇ ਦਿਨ ਤੱਕ ਦਾ ਵੀ ਕਈ ਵਾਰੀ ਰਹਿ ਜਾਂਦਾ ਹੈ। ਉਦੋਂ ਹੀ ਸਾਡੇ ਬੱਚੇ ਆਨੰਦ ਕਾਰਜ ਵਾਲੇ ਦਿਨ ਆ ਕੇ ਵੜਦੇ ਨੇ ਗੁਰਦੁਆਰੇ, ਫਿਰ ਕਈ ਵਾਰੀ ਮੇਰੇ ਵਰਗੇ ਨੂੰ ਵੀ ਜਿਹੜਾ ਕਰਾ ਰਿਹਾ ਨਾ, ਉਹਨੂੰ ਟੈਨਸ਼ਨ ਹੋਈ ਰਹਿੰਦੀ ਹੈ। ਪੁੱਛ ਲਈਦਾ ਨਾ, ਭਾਈ ਪਹਿਲਾਂ ਦੇਖਿਆ, ਕਹਿੰਦੇ ਨਹੀਂ ਜੀ ਸਾਰਾ ਇਹੀ ਟੈਨਸ਼ਨ ਰਹਿੰਦੀ ਹੈ ਕਿਤੇ ਇੱਧਰ ਨੂੰ ਹੀ ਨਾ ਗੇੜਾ ਕੱਢ ਦਵੇ। ਕਾਰਨ ਕੀ ਹੈ? ਕਦੇ ਗੁਰਦੁਆਰੇ ਆ ਕੇ ਬੈਠੇ ਹੀ ਨਹੀਂ ਨਾ। ਅੱਜ ਆਏ ਤੇ ਆਪਣੇ ਮਤਲਬ ਲਈ, ਉਹ ਵੀ ਇੰਨੀ ਦੇਰ ਲਈ, ਦਸਤਾਰ ਵੀ ਇੰਨੀ ਦੇਰ ਲਈ ਸਜਾਈ ਜੀ, ਆਨੰਦ ਕਾਰਜ ਪਾਉਣਾ ਹੈ। ਬਾਹਰ ਨਿਕਲਦੇ ਸਾਰ ਉਹ ਵੀ ਪਾਸੇ ਤੇ ਜਾ ਕੇ ਪੈਲਸ ਵਾਲੀ ਕੁਰਸੀ ਤੇ ਬਹਿ ਗਏ, ਸਭ ਕੁਝ ਖਤਮ ਕਰ ਦਿੱਤਾ। ਦਾੜਾ ਵੀ ਰੱਖਿਆ, ਪੱਗ ਬੰਨਣੀ ਪਵੇਗੀ, ਛਿੱਲੇ ਹੋਏ ਮੂੰਹ ਤੇ ਪੱਗ ਚੰਗੀ ਨਹੀਂ ਲੱਗਣੀ, ਐ ਕਰ ਲਓ ਥੋੜਾ ਜਿਹਾ ਦਾੜਾ ਹੀ ਰੱਖ ਲਓ। ਜਿਸ ਦਿਨ ਕੰਮ ਨਿਬੜਿਆ ਉਸ ਦਿਨ ਸਭ ਕੁਝ ਸਾਫ਼ ਕਰ ਦਿੱਤਾ। ਦਾਤਾ ਜੀ ਕਹਿੰਦੇ ਨਹੀਂ,
परमात्मा दे नाल व्यवहार बनाउणा है ना, मालक दे नाल निस्वार्थ हो के बनाई। ते जिन्हां ने निस्वार्थ हो के बनाया, सच जानना जी, उन्हां दे घरे टोटा किसी गल दा नहीं रहा, कोई टोटा नहीं रहा। झोलियां बख्शिशां दे नाल भर दित्तियां दाते ने। फिर दाता जी कहंदे राम नाम स्यों कर व्यवहारो। जिवें संसार दे नाल व्यवहार बनज करदा है ना, बिजनेस करदा है, ऐदां नहीं जी ऐदां। इसी तरह अपने सवास मालक दी याद विच जुड़, ये वाला बिजनेस करी, अपने सवास मालक दी याद विच जुड़ेगा, तैनूं नाम रूपी पूंजी मिलेगी। अगे कहंदे झूरत झूरत साकत मूआ। जिहड़ा सिर्फ माया दा पुजारी है ना, माया पिछे दौड़दा पिया, दाता जी कहंदे झूरत झूरत साकत मूआ। वो कहंदे रोज माया दे चक्कर दे विच झूरदा ही रहिंदा है। कदे घट गए, कदे वध गए, कदे ओने दब लए, कदे ओने दब लए। शक्ति दा पुजारी कहंदे वो झूरदा ही रहिंदा है। ते सच है ताई सतगुरु ने कहा ना, बिन तुद घोर जे मंगना सिर दुखां के दुख। संसार दे हर एक पदार्थ दे विच वाधा घाटा है, पर मालक परमात्मा दी याद विच इत्थे ते वाधा ही वाधा है, घाटे दे ते इत्थे काम ही कोई नहीं है। ते ये भी कहण देना, जे तुसी परमात्मा दे नाम नूं सन्मुख रख के अपने बिजनेस वाल नूं तुरे ना पाओ कि जो कुछ प्रवान है, घाटे कदे भी नहीं पैने। गुरु नानक देव पातशाह जी दे 3 वारी लेखा होया सुल्तानपुर लोधी। जादो राय सीगा मुनसी, पूरा जोर लाया, बतेरियां गड़बड़ां कीतियां। जदों भी लेखा निकलदा सी, वाधा सतगुरु पातशाह जी दा निकलदा सी, कदे टोटा पिया ही नहीं गा। झूरत झूरत साकत मूआ, क्यों जी? जाके हृदय होत भाओ बीआ। ਉਹਦੇ ਹਿਰਦੇ ਦੇ ਵਿੱਚ परमात्मा ਦੀ ਪ੍ਰੀਤ ਦੀ ਬਜਾਏ ਸੰਸਾਰ ਦੇ ਪਦਾਰਥਾਂ ਦੀ, ਮਾਇਕ ਪਦਾਰਥਾਂ ਦੀ ਪ੍ਰੀਤ ਹੈ। ਇਸ ਕਰਕੇ ਉਹ ਝੂਰ ਰਿਹਾ ਹੈ, ਇਸ ਕਰਕੇ ਉਹ ਦੁਖੀ ਹੋ ਰਿਹਾ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ परमात्मा ਦੀ ਪ੍ਰੀਤ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਰਤੇ ਦੀ ਯਾਦ ਹੈ, ਉਹਨਾਂ ਦੇ ਜੀਵਨ ਦੇ ਵਿੱਚ ਤੇ ਝੂਰਨਾ ਹੈ ਹੀ ਨਹੀਂ। ਉਹ ਤੇ ਕਹਿੰਦੇ ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। ਉਹ ਆਨੰਦ ਵਿੱਚ ਨੇ। ਕਿਉਂ ਝੂਰ ਰਿਹਾ ਹੈ? ਜਾ ਕੇ ਹਿਰਦੈ ਹੋਤ ਭਾਉ ਬੀਆ। ਬੀਆ ਦੇ ਅਰਥ ਦੂਜਾ। ਉਹਦੇ ਹਿਰਦੇ ਦੇ ਵਿੱਚ ਕੀ ਹੈ ਜੀ? ਪਰਮਾਤਮਾ ਦੀ ਬਜਾਏ ਮਾਇਕ ਪਦਾਰਥਾਂ ਦਾ ਪ੍ਰੇਮ ਹੈ। ਤੇ ਉਸ ਕਰਕੇ ਕਿਉਂ ਉਹ ਵੱਧਦੇ ਘਟਦੇ ਰਹਿੰਦੇ ਨੇ, ਉਹ ਅੱਗੇ ਪਿੱਛੇ ਹੁੰਦਾ ਰਹਿੰਦਾ, ਇਸ ਕਰਕੇ ਮਨ ਦੁਖੀ ਰਹਿੰਦਾ ਹੈ। ਪਰਮਾਤਮਾ ਦੀ ਦਾਤ, ਪਰਮਾਤਮਾ ਦੀ ਬਖਸ਼ਿਸ਼ ਕਦੇ ਵੱਧਦੀ ਘਟਦੀ ਨਹੀਂ। ਤੇ ਫਿਰ ਜੇ ਉਹਦੀ ਯਾਦ ਵਿੱਚ ਜੁੜਾਂਗੇ ਤੇ ਕਦੇ ਝੋਰਾ ਆਉਣਾ ਹੀ ਨਹੀਂ ਗਾ। ਅੱਗੇ ਕਹਿੰਦੇ ਝਰੈ ਕਸਮ ਮਲ ਪਾਪ ਤੇਰੇ ਮਨਵਾ। ਕਹਿੰਦੇ ਵੇਖੀ ਤੇਰੇ ਜੀਵਨ ਦੇ ਵਿੱਚੋਂ ਪਾਪ ਖਤਮ ਹੋ ਜਾਣਗੇ, ਮਾੜੇ ਕਰਮ ਖਤਮ ਹੋ ਜਾਣਗੇ। ਕਿੱਥੋਂ ਜੀ? ਤੇਰੇ ਮਨਵਾ। ਜਿਹੜੀ ਤੇਰੀ ਸੁਰਤ ਵਿੱਚ ਮਾੜੇ ਕਰਮ ਚੱਲਦੇ ਨੇ, ਮਾਇਆ ਕਰਕੇ ਨਾ। ਮਾਇਆ ਕਰਨ ਧਾਵੀ ਮੂਰਖ ਲੋਕ ਜਾਣ। ਮਾਇਆ ਕਰਕੇ ਮਾੜੇ ਕਰਮ ਕਰ ਰਿਹਾ ਹੈ। ਝਰੈ ਕਸਮਲ ਪਾਪ ਤੇਰੇ ਮਨਵਾ। ਕਿੱਦਾਂ ਜੀ? ਕਹਿੰਦੇ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ। ਤੂੰ ਆਤਮਿਕ ਜੀਵਨ ਦੇਣ ਵਾਲੀ ਪਰਮਾਤਮਾ ਦੀ ਕਥਾ ਸੰਤ ਸੰਗ ਸੁਨਵਾ, ਸਤਸੰਗੀਆਂ ਦੇ ਨਾਲ ਬਹਿ ਕੇ ਗੁਰੂ ਦੀ ਸੰਗਤ ਵਿੱਚ ਸੁਣਿਆ ਕਰ। ਸਤ ਸੰਗਤ ਦੇ ਵਿੱਚ ਬਹਿ ਕੇ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਹੁਣ ਇਹਦੇ ਤੋਂ ਵਧੀਆ ਹੋਰ ਸਾਨੂੰ ਕਿਹੜੀ ਦਾਤ ਚਾਹੀਦੀ ਹੈ? ਕੋਈ ਧਾਗੇ ਵੱਲ ਤੁਰਿਆ, ਕੋਈ ਕਿੱਧਰ ਜੀ ਇਹਦੇ ਨਾਲ ਦੁੱਖ ਕੱਟੇ ਜਾਣਗੇ, ਇਹਦੇ ਨਾਲ। ਇਹਦੇ ਤੋਂ ਸੌਖਾ ਹੋਰ ਕੀ ਹੋ ਸਕਦਾ ਹੈ? ਆਓ ਗੁਰੂ ਘਰ ਬੈਠੀਏ, ਸੁਣੀਏ। ਹੁਣ ਤੇ ਸਾਧਨ ਬਹੁਤ ਨੇ, ਪਰ ਬੇਨਤੀ ਕਰਾਂਗਾ ਫਿਰ ਵੀ ਯਤਨ ਕਰਿਆ ਕਰੋ, ਸਤ ਸੰਗਤ ਵਿੱਚ ਬਹਿ ਕੇ ਸੁਣਿਆ ਕਰੋ। ਕਈ ਕਹਿੰਦੇ ਜੀ ਟੀਵੀ ਦੇ ਰਾਹੀਂ ਭਾਈ ਸਾਹਿਬ ਅਸੀਂ ਸੁਣ ਲੈਂਦੇ, ਇਕਾਗਰਤਾ ਨਹੀਂ ਬਣਦੀ। ਮੈਨੂੰ ਖਿਮਾ ਕਰਨਾ, ਕਿਉਂ ਘਰ ਦੇ ਵਿੱਚ ਕੋਈ ਆਇਆ, ਉਧਰ ਬੱਚਾ ਕਹਿੰਦਾ ਮੈਨੂੰ ਚਾਹ ਦਿਓ, ਇੱਧਰ ਮੈਨੂੰ ਨਾਸ਼ਤਾ ਚਾਹੀਦਾ। ਬਹੁਤ ਰੌਲਾ ਹੈ ਜੀ। ਸਤ ਸੰਗਤ ਦੇ ਵਿੱਚ ਤੇ ਨਹੀਂ ਨਾ ਇਹ ਰੌਲਾ। ਇੱਥੇ ਤੇ ਜੇ ਗੱਲ ਚੱਲੇਗੀ ਸਮਾਪਤੀ ਤੋਂ ਬਾਅਦ ਚਾਹ ਦਾ ਲੰਗਰ ਛਕ ਲੈਣਾ ਜੀ। ਬਾਅਦ ਵਿੱਚ ਦਾਤਾ ਜੀ ਆਖਦੇ ਨੇ ਅੰਮ੍ਰਿਤ ਕਥਾ ਸੰਤ ਸੰਗ ਸੁਨਵਾ। ਜਦੋਂ ਤੂੰ ਸਤ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਕਥਾ ਸੁਣੇਗਾ ਨਾ, ਤੇਰੇ ਜੀਵਨ ਦੇ ਵਿੱਚੋਂ ਪਾਪਾਂ ਦਾ, ਮਾੜੇ ਕਰਮਾਂ ਦਾ ਨਾਸ਼ ਹੋ ਜਾਊਗਾ। ਤੂੰ ਇਸ ਪਰੇਸ਼ਾਨੀ ਤੋਂ ਬਚ ਜਾਏਗਾ। ਬਹੁਤ ਵੱਡੀ ਦਾਤ ਹੈ ਕਥਾ ਅਤੇ ਕੀਰਤਨ ਦੀ। ਫਿਰ ਆਪਾਂ ਇਹਨੂੰ ਕਮਾਈਏ। ਸਤਿਗੁਰੂ ਰਹਿਮਤ ਕਰਨ।
ਇਹ ਪਰੇਸ਼ਾਨੀਆਂ ਚਲੋ ਹੁਣ ਤੇ ਲੋਕਡਾਊਨ ਕਰਕੇ ਹੈ, ਨਹੀਂ ਤੇ ਕਈ ਵਾਰੀ ਇਹੀ ਹੁੰਦਾ ਹੈ ਗੁਰੂ ਘਰਾਂ ਦੇ ਵਿੱਚ ਗੁਰੂ ਕੇ ਪ੍ਰਚਾਰਕ ਤੇ ਕੀਰਤਨੀ ਇਕੱਲੇ ਹੀ ਹੁੰਦੇ ਨੇ, ਬਾਹਰ ਸਾਧ ਸੰਗਤ ਸਟਾਲਾਂ ਤੇ ਬਹੁਤ ਭੀੜ ਹੁੰਦੀ ਹੈ। ਠੀਕ ਹੈ, ਆਪਾਂ ਪਹਿਲਾਂ ਸ਼ਬਦ ਦਾ ਲੰਗਰ ਛਕਣਾ ਹੈ, ਬਾਅਦ ਦੇ ਵਿੱਚ ਸਾਧ ਸੰਗਤ ਸੰਸਾਰਿਕ ਭੋਜਨ। ਅੰਦਰ ਤ੍ਰਿਪਤ ਹੋ ਗਿਆ, ਸਭ ਤੋਂ ਵੱਡੀ ਦਾਤ ਹੈ। ਸਤਿਗੁਰੂ ਰਹਿਮਤ ਕਰਨ, ਸੰਪੂਰਨਤਾ ਦਾ ਪਦਕ ਹੈ। ਦਾਤਾ ਜੀ ਆਖਦੇ ਨੇ, ਝਰੈ ਕਾਮ ਕ੍ਰੋਧ ਦ੍ਰਿਸ਼ਟਾਈ, ਤੇਰੇ ਜੀਵਨ ਦੇ ਵਿੱਚੋਂ ਕਾਮ ਅਤੇ ਕ੍ਰੋਧ, ਦ੍ਰਿਸ਼ਟਾਈ ਦੁਸ਼ਟਪਣਾ, ਮਾੜਾ ਜਿਹੜਾ ਸੁਭਾਅ ਹੈ ਨਾ, ਦੂਜੇ ਦਾ ਬੁਰਾ ਚਿਤਵਣ ਵਾਲਾ, ਦੂਜੇ ਦੇ ਪ੍ਰਤੀ ਮਾੜੀ ਭਾਵਨਾ ਵਾਲਾ, ਝਰੈ ਕਾਮ ਕ੍ਰੋਧ, ਕਾਮ ਵਾਸ਼ਨਾ ਖਤਮ ਹੋ ਜਾਏਗੀ। ਕ੍ਰੋਧ ਜਿਹੜਾ ਸਭ ਤੋਂ ਵੱਡਾ ਤੇਰਾ ਚੰਡਾਲ ਦੁਸ਼ਮਣ ਬਣੀ ਬੈਠਾ ਹੈ। ਅੱਗੇ ਵੀ ਦਾਸ ਨੇ ਬੇਨਤੀ ਕੀਤੀ, ਟਰੈਵਲ ਕਰਦਾ ਹੈ ਜੀ ਇਹ ਕ੍ਰੋਧ ਨਾ। ਵੇਖੋ ਤੁਸੀਂ ਕਿਤੇ ਆਫਿਸ ਵਿੱਚ ਕੰਮ ਕਰਦੇ ਕੋ, ਉੱਥੇ ਬੌਸ ਦੇ ਨਾਲ ਤੁਹਾਡੀ ਬਹਿਸ ਹੋ ਗਈ, ਉਹਦੇ ਸਾਹਮਣੇ ਤੇ ਨਹੀਂ ਤੁਸੀਂ ਬੋਲ ਸਕਦੇ, ਨੌਕਰੀ ਤੋਂ ਕੱਢ ਦੂਗਾ। ਘਰੇ ਆ ਕੇ ਉਹ ਗੁੱਸਾ ਘਰ ਦੀ ਤੇ ਉਤਰਿਆ। ਹੁਣ ਘਰ ਦੀ ਤੁਹਾਨੂੰ ਕੁਝ ਨਹੀਂ ਕਹਿ ਸਕਦੀ, ਘਰ ਦੀ ਨੇ ਫਿਰ ਉਹ ਗੁੱਸਾ ਬੱਚੇ ਤੇ ਤਾਰ ਦੇਣਾ, ਤੇ ਬੱਚੇ ਨੇ ਕਿਹਦੇ ਤੇ ਤਾਰਨਾ? ਬੱਚਾ ਕਈ ਵਾਰੀ ਤੁਸੀਂ ਵੇਖਿਆ ਆਪਣਾ ਖਿਡੌਣੇ ਸੁੱਟ ਕੇ ਮਾਰਦਾ। ਹੁਣ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਧਰ ਨੂੰ ਜਾ ਰਿਹਾ? ਕਈ ਵਾਰੀ ਤੇ ਕਈ ਫਾਹੇ ਲਾ ਲੈਂਦੇ ਨੇ। ਦਾਤਾ ਜੀ ਕਹਿੰਦੇ ਜੇ ਇਹਦੇ ਤੋਂ ਬਚਣਾ, ਝਰੈ ਕਾਮ ਵਾਸ਼ਨਾ, ਕਿਹੋ ਜਿਹੇ ਮਾੜੇ ਕਰਮ ਇਨਸਾਨ ਕਰ ਜਾਂਦਾ ਹੈ, ਕਈ ਸਾਲ ਸੰਤਾਪ ਭੋਗਣਾ ਪੈਂਦਾ ਉਸ ਕਰਮ ਦਾ। ਝਰੈ ਕਾਮ ਕ੍ਰੋਧ ਦ੍ਰਿਸ਼ਟਾਈ, ਨਾਨਕ ਜਾ ਕੋ ਕਿਰਪਾ ਗੁਸਾਈ, ਜਿਹਦੇ ਉੱਤੇ ਗੁਸਾਈ ਪਰਮਾਤਮਾ ਦੀ ਕਿਰਪਾ ਹੋ ਜਾਵੇ। ਉਹ ਕਿਰਪਾ ਕਿੱਥੋਂ ਮਿਲਣੀ ਹੈ? ਗੁਰੂ ਦੀ ਸੰਗਤ ਦੇ ਵਿੱਚੋਂ, ਪਰਮਾਤਮਾ ਦੀ ਯਾਦ ਵਿੱਚ ਜੁੜਿਆ, ਨਾਮ ਜਪਿਆ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਝਾਲਾ ਘੇ ਉਠ ਨਾਮ ਜਪ, ਨਿਸ ਬਾਸੁਰ ਆਰਾਧ ਕਾਰਾ ਤੁਝੇ ਨਾ ਵਿਆਪੇ, ਨਾਨਕ ਮਿਟੇ ਉਪਾਦ। ਆਓ ਯਤਨ ਕਰੀਏ, ਕਰਤੇ ਦੀ ਯਾਦ ਵਿੱਚ ਜੁੜੀਏ, ਮਾਲਕ ਦੇ ਯਾਦ ਵਿੱਚ ਜੁੜ ਕੇ ਅੰਮ੍ਰਿਤ ਵੇਲੇ ਦੀ ਸਾਂਭ ਕਰੀਏ, ਭਾਵੇਂ 5-10 ਮਿੰਟ ਤੋਂ ਕਰੀਏ, ਕਮਾਈਏ ਉਹ ਦਾਤ ਜਿਹਦੇ ਲਈ ਪਾਤਸ਼ਾਹ ਜੀ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ, ਬੀਜਿਆ ਭਗਤ ਖਾਏ ਖਰਚ ਰਹੇ, ਨਿਖੁੱਟੇ ਨਾਹੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪ ਸਭਨਾਂ ਨੂੰ ਨਾਮ ਦੀਆਂ ਦਾਤਾਂ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਕੱਲ ਨੂੰ ਸਾਧ ਸੰਗਤ 4 ਤਰੀਕ ਹੈ, ਗੁਰਮੁਖਾਂ ਵੱਲੋਂ ਹੁਕਮ ਹੋਇਆ, ਕੱਲ ਦੀ ਸਮੁੱਚੀ ਵਿਚਾਰ ਸਾਕਾ ਨੀਲਾ ਤਾਰਾ ਜਿਹੜਾ ਦਰਬਾਰ ਸਾਹਿਬ ਤੇ ਟੈਕ ਹੋਇਆ ਸੀ, ਆਪਾਂ ਸਾਰੀ ਦੀ ਸਾਰੀ ਕੱਲ ਦੀ ਵਿਚਾਰ ਉਸ ਪ੍ਰਥਾਏ ਕਰਨੀ ਹੈ। ਆਪ ਜੀਆਂ ਨੇ ਪਿਆਰ ਬਖਸ਼ਿਸ਼ ਕਰਨਾ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਆਪ ਸਮੂਹ ਸੰਗਤਾਂ ਦਾ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗੁਰਫਤਿਹ ਦੀ ਸਾਂਝ ਕਰੋ ਪਿਆਰ ਨਾਲ ਸਾਰੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।